ਜੈ ਮਸੀਹ ਦੀ ਪ੍ਰਭੂ ਯਿਸੂ ਮਸੀਹ ਨਾਸੀ ਦੇ ਨਾਮ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਔਰ ਖੁਦਾਵੰਦ ਯਿਸੂ ਮਸੀਹ ਨਾਸੀ ਦੇ ਨਾਮ ਦੇ ਵਿੱਚ ਤੁਸੀਂ ਅੱਗੇ ਵਧਦੇ ਜਾਓ ਔਰ ਉਹਦੀ ਕਿਰਪਾ ਦੇ ਨਾਲ ਮਾਮੂਰ ਹੋ ਕੇ ਦੀ ਕਿਰਪਾ ਦੇ ਨਾਲ ਭਰ ਕੇ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਮਗਨ ਰਹੋ। ਧੰਨਵਾਦ ਕਰਦਾ ਹਾਂ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਜੋ ਤੁਹਾਨੂੰ ਆਪਣੀ ਜਿੱਤ ਦੇ ਵਿੱਚ ਆਪਣੇ ਅਨੁਗ੍ਰਹਿ ਆਪਣੀ ਕਿਰਪਾ ਦੇ ਵਿੱਚ ਮਾਮੂਰ ਕਰਦੇ ਆ। ਸੱਚਮੁੱਚ ਖੁਦਾਵੰਦ ਯਿਸੂ ਮਸੀਹ ਤੁਹਾਡੇ ਉੱਤੇ ਆਪਣੇ ਵੱਡੇ ਅਨੁਗ੍ਰਹਿ ਨੂੰ ਔਰ ਆਪਣੀ ਵੱਡੀ ਕਿਰਪਾ ਨੂੰ ਕਰਦੇ ਆ। ਧੰਨਵਾਦ ਕਰਦਾ ਹਾਂ ਇੱਕ ਵਾਰੀ ਫਿਰ ਮਹਿਮਾ ਜਲਾਲ ਆਦਰ ਮਾਨ ਖੁਦਾਵੰਦ ਯਿਸੂ ਮਸੀਹ ਨੂੰ ਮੈਂ ਦਿੰਦਾ ਹਾਂ। ਧੰਨਵਾਦ ਕਰਦਾ ਹਾਂ ਕਿ ਜੋ ਸਾਨੂੰ ਆਪਣੇ ਮੱਸੇ ਦੇ ਵਿੱਚ ਰੱਖਦੇ ਆ ਔਰ ਆਪਣੀ ਕਿਰਪਾ ਦੇ ਨਾਲ ਭਰਪੂਰ ਕਰਦੇ ਆ। ਹਾਲੇਲੂਇਆ। ਔਰ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਆਪ ਸਾਨੂੰ ਆਪਣੇ ਅਨੁਗ੍ਰਹਿ ਦੇ ਵਿੱਚ ਔਰ ਆਪਣੀ ਕਿਰਪਾ ਦੇ ਵਿੱਚ ਭਰਦੇ ਨੇ ਔਰ ਸਰਵ ਸ਼ਕਤੀਮਾਨ ਪਰਮੇਸ਼ਰ ਸਾਡੇ ਉੱਤੇ ਆਪਣੇ ਜਲਾਲ ਨੂੰ ਬਹੁਤ ਤਾਇਤ ਦੇ ਨਾਲ ਮਾਮੂਰ ਕਰਦੇ ਆ। ਧੰਨਵਾਦ ਕਰਦਾ ਇੱਕ ਵਾਰੀ ਫਿਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਕਿ ਜਿਨ੍ਹਾਂ ਨੇ ਸਾਨੂੰ ਆਪਣੇ ਅਨੁਗ੍ਰਹਿ ਦੇ ਵਿੱਚ ਲੈ ਕੇ ਆਂਦਾ ਔਰ ਆਪਣੀ ਕਿਰਪਾ ਦੇ ਵਿੱਚ ਭਰਪੂਰ ਕੀਤਾ। ਹਾਲੇਲੂਇਆ। ਥੈਂਕ ਯੂ ਲਾਰਡ ਜੀਸਸ। ਅੱਜ ਅਸੀਂ ਦੁਆ ਦੇ ਵਿੱਚ ਚੱਲਾਂਗੇ, ਦੁਆ ਕਰਾਂਗੇ ਔਰ ਮੈਂ ਚਾਹਾਂਗਾ ਕਿ ਅਸੀਂ ਅੱਜ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਵੱਧ ਤੋਂ ਵੱਧ ਦੁਆ ਕਰੀਏ ਔਰ ਅੱਜ ਦਾ ਦਿਨ ਅਸੀਂ ਅੱਜ ਦਾ ਇਹ ਸਮਾਂ ਖੁਦਾਵੰਦ ਦੇ ਨਾਲ ਬਿਤਾਈਏ। ਹਾਲੇਲੂਇਆ। ਸਾਡੇ ਨਾਲ ਕਾਫੀ ਮੈਂਬਰ ਜੁੜ ਚੁੱਕੇ ਆ ਔਰ ਮੈਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਪੜ੍ਹਨਾ ਚਾਹਾਂਗਾ। ਆਓ ਅੱਜ ਅਸੀਂ ਯਹੂਨਾ ਦੀ ਅੰਜੀਲ 21 ਅਧਿਆਇ ਦੇ ਵਿੱਚੋਂ ਪੜ੍ਹਾਂਗੇ। ਯਹੂਨਾ ਦੀ ਅੰਜੀਲ 21 ਅਧਿਆਇ ਦੀ 4 ਨੰਬਰ ਆਇਤ ਤੋਂ ਲੈ ਕੇ ਅਸੀਂ 14 ਨੰਬਰ ਆਇਤ तक पढ़ेंगे। हालेलुया। भोर होते ही यीशु किनारे पर आ खड़ा हुआ तो भी चेलों ने नहीं पहचाना कि यह यीशु है। तब यीशु ने उनसे कहा, हे बालकों, क्या तुम्हारे पास कुछ मछलियां हैं? उन्होंने उत्तर दिया, नहीं। क्योंकि 6 नंबर आयत, उसने उनसे कहा, नाव की दाहिनी ओर जाल डालो तो पाओगे। अतः उन्होंने जाल डाला और अब मछलियों की बहुतायत के कारण उसे खींच ना सके। 7 नंबर आयत, तब उस चेले ने जिससे यीशु प्रेम रखता था पतरस से कहा, यह तो यीशु है। यूहन्ना ने पतरस दे नाल गल कीती। हालेलुया। इथे यूहन्ना ने पतरस दे नाल गल कीती। यूहन्ना पतरस नूं कहंदा, इह तां यीशु आ। हुण यीशु मसीह ने चेलियां नूं की कहा कि तुहाडे कोल कुछ खाण नूं है। सेकंड। हुण यीशु मसीह ने चेलियां नूं जिहड़े मछली फड़न वास्ते उतरे
ਸਮੁੰਦਰ ਦੇ ਵਿੱਚ, ਜਦੋਂ ਸਮੁੰਦਰ ਦੇ ਵਿੱਚ ਉਤਰੇ ਤਾਂ ਕੀ ਹੋਇਆ? ਹਾਲੇਲੂਇਆ। ਹਾਂਜੀ, ਮੈਂ ਉਧਰ ਦੂਸਰੇ ਪਾਸੇ ਨਾਲ ਚਲਾ ਰਿਹਾ ਸੀਗਾ। ਮੈਂ ਮਾਫੀ ਚਾਹੁੰਦਾ ਹਾਂ ਕਿ ਇਸ ਡਿਸਟਰਬਿੰਗ ਦੇ ਲਈ। ਅਸੀਂ ਕਲਾਮ ਦੇ ਵਿੱਚੋਂ ਦੇਖਦੇ ਹਾਂ। ਹਾਂਜੀ, ਹੁਣ ਯੀਸ਼ੂ ਮਸੀਹ ਸਵੇਰ ਦੇ ਵੇਲੇ ਚੇਲਿਆਂ ਦੇ ਕੋਲ ਪਹੁੰਚੇ ਔਰ ਚੇਲੇ ਸਮੁੰਦਰ ਦੇ ਵਿੱਚ ਉਤਰੇ ਹੋਏ ਸੀ ਸਾਰੀ ਰਾਤ। ਸਾਰੀ ਰਾਤ ਯੀਸ਼ੂ ਮਸੀਹ ਤੋਂ ਦੂਰ ਹੋ ਕੇ ਉਹ ਮੱਛੀਆਂ ਫੜ ਰਿਹਾ ਸੀ। ਜਦੋਂ ਯੀਸ਼ੂ ਮਸੀਹ ਸਲੀਬ ਦੇ ਉੱਤੇ ਚੜਾ ਦਿੱਤੇ ਗਏ, ਉਸ ਤੋਂ ਥੋੜੇ ਦਿਨਾਂ ਦੇ ਵਿੱਚ ਚੇਲੇ ਇਕੱਲੇ ਰਹਿ ਗਏ। ਤਾਂ ਕੀ ਹੋਇਆ? ਚੇਲੇ ਆਪੋ ਆਪਣੇ ਕੰਮਾਂ ਦੇ ਵਿੱਚ ਲੱਗ ਗਏ। ਅਖੇ ਨਬੀ ਤਾਂ ਚਲਾ ਗਿਆ, ਤੇ ਆਓ ਅਸੀਂ ਕੁਝ ਆਪੋ ਆਪਣੇ ਰੋਜ਼ਗਾਰ ਦੇ ਵਿੱਚ ਜਾਂਦੇ ਹਾਂ, ਕੁਝ ਕਮਾਉਣ ਦੇ ਲਈ ਕੁਝ ਲੱਭਦੇ ਹਾਂ, ਕੁਝ ਕੰਮ ਕਰਦੇ ਹਾਂ। ਤੇ ਕੀ ਹੋਇਆ? ਜਦੋਂ ਇਹ ਚੇਲੇ ਬੇੜੀ ਦੇ ਵਿੱਚ ਬੈਠੇ ਸਾਰੀ ਰਾਤ ਮਿਹਨਤ ਕਰਦੇ ਰਹੇ, ਸਾਰੀ ਰਾਤ ਮਿਹਨਤ ਕਰਦੇ ਰਹੇ, ਤਾਂ ਕੁਝ ਵੀ ਹਾਸਲ ਨਾ ਹੋਇਆ। ਕੁਝ ਵੀ ਹਾਸਲ ਨਾ ਹੋਇਆ। ਤੇ ਕੀ ਹੋਇਆ ਇੱਥੇ? ਯੀਸ਼ੂ ਮਸੀਹ ਨੇ ਉਹਨਾਂ ਨੂੰ ਕਿਹਾ, ਕੁਝ ਲੱਭਿਆ? ਉਹ ਕਹਿੰਦੇ ਕੁਝ ਨਹੀਂ ਲੱਭਿਆ। ਯੀਸ਼ੂ ਮਸੀਹ ਕਹਿੰਦੇ, ਸਮੁੰਦਰ ਬੇੜੀ ਦੇ ਸੱਜੇ ਪਾਸੇ ਜਾਲ ਪਾਓ। ਹੁਣ ਮੱਛੀਆਂ ਕਿੱਥੇ ਆ? ਮੱਛੀਆਂ ਕਿੱਥੇ ਆ? ਹੁਣ ਤੁਸੀਂ ਕਹੋਗੇ ਮੱਛੀਆਂ ਦਾ ਸਮੁੰਦਰ ਦੇ ਵਿੱਚ ਸਾਰੇ ਪਾਸੇ ਹੁੰਦੀਆਂ, ਪਰ ਜਦੋਂ ਯੀਸ਼ੂ ਮਸੀਹ ਸਲੀਬ ਦੇ ਉੱਤੇ ਗਏ, ਉਸ ਤੋਂ ਬਾਅਦ ਯੀਸ਼ੂ ਮਸੀਹ ਆਕਾਸ਼ ਦੇ ਵਿੱਚ ਚਲੇ ਗਏ, ਸਵਰਗ ਦੇ ਵਿੱਚ ਚਲੇ ਗਏ, ਤਾਂ ਪਰਮੇਸ਼ਰ ਦੇ ਸੱਜੇ ਪਾਸੇ ਜਾ ਬੈਠੇ। ਔਰ ਯੀਸ਼ੂ ਮਸੀਹ ਨੇ ਕਿਹਾ, ਬਚਾਏ ਹੋਏ ਉਹ ਹੀ ਹੋਣਗੇ ਜਿਹੜੇ ਮੇਰੇ ਸੱਜੇ ਪਾਸੇ ਹੋਣਗੇ, ਔਰ ਖੱਬੇ ਪਾਸੇ ਵਾਲਿਆਂ ਨੂੰ ਕੀ ਕਹੂੰਗਾ? ਇਹਨਾਂ ਨੂੰ ਮੈਂ ਨਹੀਂ ਜਾਣਦਾ, ਇਹਨਾਂ ਨੂੰ ਗੰਦਕ ਦੀ ਅੱਗ ਦੇ ਵਿੱਚ ਸਿੱਟ ਦਿਓ। ਹੁਣ ਯੀਸ਼ੂ ਮਸੀਹ ਉੱਥੇ ਉਦਾਹਰਨ ਦੇ ਰਹੇ ਆ, ਭਾਈ ਸੱਜੇ ਪਾਸੇ ਆ ਜਾਓ, ਆਪਣੇ ਸੱਜੇ ਪਾਸੇ ਜਾਲ ਪਾਓ। ਤੇ ਸੱਜੇ ਪਾਸੇ ਜਦੋਂ ਜਾਲ ਪਾਇਆ ਤਾਂ ਬਹੁਤ ਸਾਰੀਆਂ ਮੱਛੀਆਂ ਇਕੱਠੀਆਂ ਹੋਈਆਂ। ਹੁਣ ਬਹੁਤ ਸਾਰੀਆਂ ਮੱਛੀਆਂ ਜਦੋਂ ਜਾਲ ਦੇ ਵਿੱਚ ਫਸ ਗਈਆਂ ਤੇ ਜਾਲ ਖਿੱਚਣ ਲੱਗੇ, ਤੇ ਜਾਲ ਖਿੱਚਣਾ ਹੋਇਆ ਕਿਉਂਕਿ ਮੱਛੀਆਂ ਦਾ ਭਾਰ ਜ਼ਿਆਦਾ ਸੀ। ਤਾਂ ਉਸ ਚੇਲੇ ਨੇ ਜਿਹਨੂੰ ਯੀਸ਼ੂ ਮਸੀਹ ਜ਼ਿਆਦਾ ਪਿਆਰ ਕਰਦੇ ਸੀ, ਹੁਣ ਯੀਸ਼ੂ ਮਸੀਹ ਯਹੂਨਾ ਨੂੰ ਵੱਧ ਪਿਆਰ ਕਰਦੇ ਸੀ ਕਲਾਮ ਦੇ ਮੁਤਾਬਕ, ਤੇ ਯਹੂਨਾ ਯੀਸ਼ੂ ਮਸੀਹ ਦੀ ਛਾਤੀ ਦੇ ਸਿਰ ਰੱਖ ਕੇ ਸੌ ਜਾਂਦਾ ਸੀ। ਹਾਲੇਲੂਇਆ। ਜਦੋਂ ਯਹੂਨਾ ਯੀਸ਼ੂ ਮਸੀਹ ਦੀ ਛਾਤੀ ਦੇ ਸਿਰ ਰੱਖ ਕੇ ਸੌਂਦਾ ਸੀ, ਤੇ ਉਹਨੂੰ ਵੱਧ ਪਿਆਰ ਕਰਦੇ ਸੀ। ਉਹਨੇ ਪਛਾਣ ਲਿਆ ਤੇ ਉਹਨੇ ਪਤਰਸ ਨੂੰ ਦੱਸਿਆ, ਪਤਰਸ ਨਾਲ ਗੱਲ ਕੀਤੀ ਕਿ ਇਹ ਤਾਂ ਯੀਸ਼ੂ ਆ, ਇਹ ਸਾਡਾ ਨਬੀ ਆ। ਤਾਂ ਜਾਂ तब उस चेले ने जिससे यीशु प्रेम रखता था पतरस से कहा, यह तो यीशु है। शिमोन पतरस ने यह सुनकर कि वह प्रभु है, कमर का अंग रखा, कस लिया क्योंकि वह नंगा था, और झील में कूद पड़ा। परंतु दूसरे चेले डोंगी पर मछलियों से भरा हुआ जाल खींचते हुए आए, क्योंकि वे किनारे से अधिक दूर नहीं थे, पर कोई 200 हाथ पर थे। जब वे किनारे पर उतरे तो उन्होंने कोयले की आग और उस पर मछली रखी हुई और रोटी देखी। ਯੀਸ਼ੂ ਮਸੀਹ ਨੇ ਕੀ ਦੇਖਿਆ? ਕੀਤਾ ਉਹਨਾਂ ਲਈ। ਤੇ ਚੇਲਿਆਂ ਨੇ ਕੀ ਦੇਖਿਆ? ਚੇਲਿਆਂ ਨੇ ਦੇਖਿਆ ਕਿ ਜਦੋਂ ਚੇਲੇ ਆ ਗਏ
मैं थोड़ा जिहा होर पढ़दा आं, उस तो बाद मैं लगातार फिर इकट्ठा ही समझावांगा। तब यीशु ने उनसे कहा, जो मछलियां तुमने अभी पकड़ी हैं उनमें से कुछ लाओ। तो शिमोन पतरस ने डोरी पर चढ़कर 153 बड़ी मछलियों से भरा हुआ जाल किनारे पर खींचा, और इतनी मछलियां होने पर भी जाल ना फटा। हालेलुया। यीशु ने उनसे कहा, आओ भोजन करो। चेलों में से किसी को साहस ना हुआ कि उससे पूछे, तू कौन है, क्योंकि वे जानते थे कि यह प्रभु ही है। यीशु आया और रोटी लेकर उन्हें दी, और वैसे ही मछली भी। यह तीसरी बार है कि यीशु मरे हुओं में से जी उठने के बाद चेलों को दिखाई दिया। आमीन, हालेलुया। तीजी वारी होया कि ਜਦੋਂ ਯीशु ਮਸੀਹ ਚੇਲਿਆਂ ਨੂੰ ਦਿੱਤਾ। ਹੁਣ ਯीशु ਮਸੀਹ ਨੇ ਇੱਥੇ ਚੇਲਿਆਂ ਦੇ ਆਉਣ ਤੋਂ ਪਹਿਲਾਂ ਬੇੜੀ ਦੇ ਉੱਤੇ ਸੀ। ਚੇਲੇ ਬੇੜੀ ਦੇ ਉੱਤੇ ਸੀ, ਤੇ ਚੇਲਿਆਂ ਦੇ ਆਉਣ ਤੋਂ ਪਹਿਲਾਂ ਯीशु ਮਸੀਹ ਨੇ ਕੋਲਿਆਂ ਦੀ ਅੱਗ ਦੇ ਉੱਤੇ ਮੱਛੀ ਤਿਆਰ ਕੀਤੀ, ਰੋਟੀ ਤਿਆਰ ਕੀਤੀ, ਤੇ ਚੇਲਿਆਂ ਨੂੰ ਕੀ ਕਿਹਾ, ਤੁਸੀਂ ਥੱਕੇ ਹੋਏ ਆ, आओ आ जाओ, रोटी खाओ। हुण मछली की आ, मांस की आ, ते रोटी जिहड़ी तैयार कीती होई सी वो कित्थों आई, किस तरीके दे नाल यीशु मसीह ने उत्थे तैयार कीती। ये खुदा दा वड्डा फजल आ, वड्डी किरपा आ। और यीशु मसीह अपने चेलियां नूं प्यार करदे आ और चेलियां दा फिक्र करदे आ। यीशु मसीह कहंदे, जिहड़ा कोई मेरे कोलों खांदा आ वो भुखा ते थयाया नहीं होवेगा। हुण इत्थे यीशु मसीह अपने चेलियां नूं आवाज लगा रहे आ जाओ। और चेले डर दे विच आ। चेले हल्के जे डर दे विच आ कि इहनूं किद्दां पुछीए कि तू कौन आ। पर यीशु मसीह उन्हां दिलां दे गुरदिआं नूं जानण वाले की कहंदे आ, आओ। यीशु मसीह तुहानूं ते मैनूं भी कह रहे आ, आओ। वो बुला रहे आ। जदों एक इंसान कल्ला हो जाता आ, परमेश्वर तो बगैर हुंदा आ। हुण चेले अपने काम धंधे दे उत्ते वापस क्यों गए? उन्होंने ये सी कि यीशु मसीह तां सलीब ते चढ़ा दिता, मुर्दियां विचों जींदा भी हो गया, देख भी लिया असीं भी मुर्दियां विचों जी उठिया, और 2 वारी पहला मिलिया। पर फिर भी उन्होंने वो यकीन नहीं सी कि हुण असीं गां की करांगे, असीं गां की करांगे। ते जदों उन्होंने इस चीज़ उत्ते यकीन ना होने कारण वो आपो अपने काम धंधे दे विच पै गए। और जो काम धंधा वो करन दे सीगे पहलां दे, जिस चीज़ दे माहर सी, किस चीज़ दे माहर सी, मच्छियां फड़न दे। जदों काम धंधे दे विच पै गए तो सारी रात मेहनत करते रहे तो उन्होंने मच्छियां नहीं मिलियां। मच्छियां ना मिलनियां तो यीशु मसीह कंढे उत्ते आ खड़े, तो यीशु मसीह ने कहा अपने सज्जे पासे जाल पाओ। हुण यीशु मसीह बाप दे सज्जे पासे बैठा है, तो यीशु मसीह कह रहे हैं जिहड़े सज्जे पासे वाले आ वो बचाए जाने आ। हुण यीशु मसीह ने जाल भी सज्जे पासे ही पवाया, और मच्छियां समुंदर दीयां सारियां एक साइड ते खड़ियां सी, वेट कर रही सी। मैं कह सकदा हां, मैं बड़ा डूंघे च नहीं जाऊंगा, इंतजार करदियां सी उस आवाज का। हुण एक जगह उत्ते असीं बाइबल च पढ़दे हां कि यीशु मसीह अपने चेले नूं
ਇਸੇ ਪਤਰਸ ਨੂੰ ਕਹਿੰਦੇ ਆ, ਇਸੇ ਪਤਰਸ ਨੂੰ ਯਿਸੂ ਮਸੀਹ ਕਹਿੰਦੇ ਆ ਕਿ ਭਾਈ ਕੁੰਡੀ ਚੱਕ ਦੇ ਝੀਲ ਤੇ ਚਲਿਆ ਜਾ ਤੇ ਜਿਹੜੀ ਮੱਛੀ ਤੈਨੂੰ ਪਹਿਲਾਂ ਉਹਨੂੰ ਫੜ ਲਈ ਤੇ ਉਹਦੇ ਮੂੰਹ ਦੇ ਵਿੱਚੋਂ ਸਿੱਕਾ ਕੱਢ ਲਈ ਤੇ ਮੱਛੀ ਛੱਡ ਦੇਈ ਤੇ ਉਹ ਸਿੱਕੇ ਦੇ ਨਾਲ ਆਪਣਾ ਤੇ ਮੇਰਾ ਕਰਜ਼ਾ ਜਿਹੜਾ ਟੈਕਸ ਆ ਉਹ ਚੁਕਾ ਦੇ। ਯਿਸੂ ਮਸੀਹ ਸਾਨੂੰ ਹਰ ਗੱਲ ਦੇ ਵਿੱਚ ਸਕਸੈਸਫੁਲ ਕਰਨਾ ਚਾਹੁੰਦੇ ਆ। ਹਰ ਗੱਲ ਦੇ ਵਿੱਚ ਯਿਸੂ ਮਸੀਹ ਚਾਹੁੰਦੇ ਆ ਕਿ ਤੁਸੀਂ ਬਲੈਸ ਹੋਵੋ, ਨਿਰਾਸ਼ ਨਾ ਹੋਵੋ। ਹਰ ਬਿਜ਼ਨਸ ਦੇ ਵਿੱਚ ਤੁਸੀਂ ਬਰਕਤ ਪਾਓ। ਹੁਣ ਉਹ ਮੱਛੀ ਜਿਹੜੀ ਝੀਲ ਦੇ ਵਿੱਚ ਇੰਤਜ਼ਾਰ ਕਰਦੀ ਸੀ ਮੂੰਹ ਦੇ ਵਿੱਚ ਸਿੱਕਾ ਪਾ ਕੇ ਕਿ ਕਦੋਂ ਪਤਰਸ ਆਉਂਦਾ ਹੈ ਤੇ ਮੈਂ ਉਹਦੀ ਇਮਾਨਤ ਉਹਨੂੰ ਦਵਾਂ, ਉਹਦੇ ਮੂੰਹ 'ਚ ਸਿੱਕਾ ਕਿੱਥੋਂ ਆਇਆ? ਔਰ ਇੱਥੇ ਯਿਸੂ ਮਸੀਹ ਨੇ ਕਿਹੜੀ ਮੱਛਲੀ ਜਿਹੜੀ ਫੜ ਕੇ ਤਲੀ? ਪਹਿਲਾਂ ਹੀ ਭੁੰਨੀ ਹੋਈ ਸੀ, ਰੋਟੀਆਂ ਤਿਆਰ ਸੀ। ਜੀਵਨ ਦੀ ਰੋਟੀ ਯਿਸੂ ਮਸੀਹ ਆ, ਨਾ ਭੁੱਲੋ। ਤੇ ਯਿਸੂ ਮਸੀਹ ਤੁਹਾਨੂੰ ਪਿਆਰ ਕਰਦੇ ਆ। ਹਾਲੇਲੂਇਆ। ਯਿਸੂ ਮਸੀਹ ਹੀ ਤੁਹਾਨੂੰ ਪਿਆਰ ਕਰਦੇ ਆ ਔਰ ਤੁਹਾਨੂੰ ਪ੍ਰਭੂ ਯਿਸੂ ਮਸੀਹ ਨੇ ਤੁਹਾਡੀ ਮਾਂ ਦੀ ਕੁੱਖ ਦੇ ਵਿੱਚ ਪੈਣ ਤੋਂ ਪਹਿਲਾਂ ਹੀ ਤੁਹਾਨੂੰ ਚੁਣ ਲਿਆ। ਕੁੱਖ ਦੇ ਵਿੱਚ ਨਹੀਂ ਪੈਣ ਦਿੱਤਾ, ਕੁੱਖ ਦੇ ਵਿੱਚ ਪੈਣ ਤੋਂ ਪਹਿਲਾਂ ਹੀ, ਹਜੇ ਤੁਹਾਡੀ ਕੋਈ ਯੋਜਨਾ ਵੀ ਨਹੀਂ ਹੋਈ ਸੀ, ਤੁਹਾਡੇ ਪੇਰੈਂਟਸ ਦੀ ਕੋਈ ਯੋਜਨਾ ਨਹੀਂ ਸੀ ਕਿ ਅਸੀਂ ਇੱਕ ਬੇਬੀ ਨੂੰ ਪੈਦਾ ਕਰੀਏ। ਉਸ ਤੋਂ ਪਹਿਲਾਂ ਤੁਸੀਂ ਚੁਣੇ ਗਏ। ਕਿਸ ਰੂਪ ਦੇ ਵਿੱਚ ਚੁਣੇ ਗਏ? ਕਿ ਨਬੀ ਦੇ ਰੂਪ ਦੇ ਵਿੱਚ ਚੁਣੇ ਗਏ। ਪ੍ਰਭੂ ਨੇ ਤੁਹਾਨੂੰ ਇੱਕ ਨਬੀ ਦੇ ਰੂਪ ਦੇ ਵਿੱਚ ਚੁਣਿਆ, ਆਪਣੇ ਲਈ ਵੱਖਰਾ ਕੀਤਾ। ਪ੍ਰਭੂ ਤੁਹਾਨੂੰ ਪਿਆਰ ਕਰਦੇ ਆ, ਬਹੁਤ ਤਾਇਤ ਨਾਲ ਪਿਆਰ ਕਰਦੇ ਆ। ਔਰ ਇੱਥੇ ਜਦੋਂ ਮੱਛੀਆਂ ਫੜੀਆਂ ਤੇ ਜੇ ਸਾਰਿਆਂ ਨੂੰ ਸੱਦਿਆ ਕਿ ਭਾਈ ਰੋਟੀ ਖਾਓ, ਤੇ ਰੋਟੀ ਦੇ ਲਈ ਉਹ ਤਿਆਰ ਨਾ ਹੋਏ, ਡਰਦੇ ਮਾਰੇ ਬੈਠ ਗਏ। ਤੇ ਯਿਸੂ ਮਸੀਹ ਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਤੂੰ ਕੌਣ ਆ। ਹਾਲੇਲੂਇਆ। ਤੇ ਯਿਸੂ ਮਸੀਹ ਨੇ ਪੁੱਛਿਆ ਕਿ ਤੁਸੀਂ ਕੀ ਫੜਿਆ? ਜਦੋਂ ਪਤਰਸ ਗਿਆ, ਪਤਰਸ ਨੇ ਬੇੜੀ ਤੋਂ ਮੱਛੀਆਂ ਚੱਕੀਆਂ ਤੇ ਜਦੋਂ ਗਿਣੀਆਂ ਵੱਡੀਆਂ ਵੱਡੀਆਂ 153 ਮੱਛੀਆਂ ਹੋਈਆਂ। ਇੱਕ 153 ਮੱਛੀਆਂ ਜਿਹੜੀਆਂ ਫੜੀਆਂ, ਉਹ 153 ਮੱਛੀਆਂ ਨੂੰ ਜਦੋਂ ਯਿਸੂ ਮਸੀਹ ਦੇ ਕੋਲ ਲੈ ਕੇ ਆਂਦਾ ਤੇ ਯਿਸੂ ਮਸੀਹ ਨੇ ਉਹਨਾਂ ਨੂੰ ਬਰਕਤ ਦਿੱਤੀ ਕਿ ਜਿਵੇਂ ਤੁਸੀਂ ਅੱਜ ਮੱਛੀਆਂ ਫੜੀਆਂ ਆ, ਇਵੇਂ ਹੀ ਤੁਸੀਂ ਇਨਸਾਨਾਂ ਨੂੰ ਫੜਨ ਵਾਲੇ ਹੋਵੋਗੇ, ਬਚਾਉਣ ਵਾਲੇ ਹੋਵੋਗੇ, ਕਿਉਂਕਿ ਉਹ ਮੱਛੀਆਂ ਸੱਜੇ ਪਾਸੇ ਦੀਆਂ ਸੀ। ਤੇ ਪਤਰਸ ਦੇ ਨਾਲ ਜਦੋਂ ਖੁਦਾ ਨੇ ਗੱਲ ਕੀਤੀ, ਅੱਗੇ ਮੈਂ ਥੋੜਾ ਜਿਹਾ ਪੜਾਂਗਾ। ਹੁਣ ਇੱਥੇ ਕੀ ਲਿਖਿਆ ਆ? भोजन करने के बाद, ਜਦੋਂ ਉਹਨਾਂ ਨੇ ਭੋਜਨ ਕਰ ਲਿਆ, भोजन करने के बाद यीशु ने शिमोन पतरस से कहा, हे शिमोन यूहन्ना के पुत्र, क्या तू इनसे बढ़कर मुझसे प्रेम रखता है? उसने उससे कहा, हाँ प्रभु, तू तो जानता है कि मैं तुझसे प्रीति रखता हूं। उसने उससे कहा, मेरे मेमनों को चरा। उसने फिर दूसरी बार उससे कहा, हे शिमोन यूहन्ना के पुत्र, क्या तू मुझसे प्रेम रखता है? उसने उससे कहा, हाँ प्रभु, तू जानता है कि मैं तुझसे प्रीति रखता हूं। उसने उनसे कहा, मेरी भेड़ों को रखवाली कर। फिर तीसरी बार
उसने तीसरी बार उससे कहा, हे शिमोन यूहन्ना के पुत्र, क्या तू मुझसे प्रीति रखता है? पतरस उदास हुआ कि उसने उससे तीसरी बार ऐसा कहा कि क्या तू मुझसे प्रीति रखता है? और उसने कहा, हे प्रभु, तू तो सब कुछ जानता है, तू जय जानता है कि मैं तुझसे प्रीति रखता हूं। यीशु ने उससे कहा, मेरी भेड़ों को चरा। पहले दे विच की कहा? मेरे मेमनों को चरा। दूजी गल दे विच की कहा? मेरियां भेडां दी राखी कर। और तीसरी गल दे विच की कहा? मेरियां भेडां नूं खाना खिला, चरा। मैं तुझसे सच कहता हूं कि जब तू जवान था तो अपनी कमर बांधकर जहां चाहता था वहां फिरता था। हालेलुया। हुण इत्थे की आ, यीशु मसीह ने पतरस नूं, हुण जिस बंदे नूं जिहड़ा यीशु मसीह नूं सब तो ज्यादा प्यार करदा सी, यीशु मसीह दी छाती ते सिर रख के सौंदा सी, जिन्हें पहचानिया कि यीशु आ, ਉਹਦੇ ਨਾਲ नहीं गल की, इत्थे पतरस दे नाल गल की। पतरस जो 3 वार इनकार कर चुकिया सी खुदावंद यीशु मसीह दा, पतरस इत्थे ਉਹਦੇ ਨਾਲ गल कर रहे आ, पतरस नाल गल कर रहा खुदावंद। की कह रहा है कि तू मैनू प्यार करदा? ਉਹ ਕਹਿੰਦਾ ਹਾਂਜੀ ਕਰਦਾ। ਕਹਿੰਦਾ ਮੇਰੇ ਮੇਮਨਿਆਂ ਨੂੰ ਜਲਾ। ਹੁਣ ਮੇਮਨੇ ਕਿਹੜੇ ਆ? ਜਿਹੜੇ ਨਵੇਂ ਜੰਮੇ ਆ। दूजी गल दे विच कहा कि मेरियां भेडां दी राखी कर। हुण भेडां किहड़ियां आ? जिहड़ियां यीशु मसीह दे नाल चलदियां आईयां। 120 जन जदों सीगे तां 153 जिहड़े बाहर सी, जिन्हां दे बारे किसी नूं हजे नॉलेज नहीं सी। कुछ मैंबर बाहर भी सी, क्योंकि कई ये नहीं भी सारियां ने ही यीशु मसीह नूं छड्ड दित्ता, पर बहुत मैंबर यीशु मसीह नूं प्यार भी करदे सी, वो अंदरों अंदर ही मानते सी। उस तो बाद खुदावंद यीशु मसीह कहंदा मेरियां भेडां नूं चरा। हुण दूजियां भेडां किहड़ियां आ? वो जिहड़ियां इकट्ठियां होण जा रहीआं आ। ते जिद्दण पेंटीकोस्त दा दिन आया ते वो, हालेलुया, जिद्दण पेंटीकोस्त दा दिन आया ते सारे दे सारे पवित्र आत्मा नाल भर गए, तां वो यीशु मसीह ने उन्हां नूं मसे दे विच लै आंदा ते हर एक मैंबर 120 जन वड्डे अनुग्रह दे विच भरदे होए की होया? गैर ज़बान दे विच प्रार्थना करन लगे। और वो गैर ज़बान दे विच जिद्दां जिद्दां प्रार्थना करदे गए ते आले दुआले दे लोकां ने जदों सुनिया कि ये कौन आ जिहड़े सवेरे ही शराबी होए आ, तां पतरस, ओहो ही पतरस बाहर निकलिया ते प्रचार करन लगा। बाहर निकले ते प्रचार करन लगा ते पहले प्रचार दे विच क्रूस दा संदेश दिता। ते पहले क्रूस दे संदेश दे विच ही 3000 मैंबरां ने तौबा की। हुण क्रूस की आ? वो क्रूस किहड़ा आ? क्रूस दा संदेश की आ? क्रूस दा संदेश आ अपने आप नूं खाली करना। यीशु मसीह परमेश्वर दे पुत्र सी ते जदों सलीब ते गए ते वो सखणे हो गए, खाली हो गए। ते यीशु मसीह ने की कहा है, बाप मैं अपना आप तैनूं, अपना आत्मा तेरे हत्थां संभालदा हां। जो खाली हो गया अपने अंदर उन्हें घाट महसूस की कि परमेश्वर ने मैनू छड़ दिता। वो अपने आप को परमेश्वर का पुत्र होने के खातर बावजूद भी उन्हें साडे लई अपने आप को सखना कर लिया। और यह क्रूस का संदेश। ते पतरस ने की कहा? कहता तुसी जिन्हों सलीब ते चढ़ाया उन्होंने परमेश्वर ने मुर्दियां विचों जींदा किया और उन्होंने ही अधिकार दे दिता। अज अधिकार तुहाडे ते मेरे कोल वा।
ਔਰ ਉਹ ਅਧਿਕਾਰ, ਜਿਸ ਅਧਿਕਾਰ ਦੇ ਵਿੱਚ ਪਤਰਸ ਨੇ ਪ੍ਰਾਰਥਨਾ ਕੀਤੀ, ਅੱਜ ਸਾਡੇ ਕੋਲ ਅਧਿਕਾਰ ਆ। ਆਓ ਅਸੀਂ ਵੀ ਉਸੇ ਅਧਿਕਾਰ ਨੂੰ ਇਸਤੇਮਾਲ ਕਰਦੇ ਹੋਏ ਪ੍ਰਾਰਥਨਾ ਦੇ ਵਿੱਚ ਅੱਗੇ ਵਧੀਏ। ਅਧਿਕਾਰ ਦੇ ਨਾਲ ਪਤਰਸ ਖੜਾ ਹੋਇਆ। ਅੱਜ ਵਾਰੀ ਸਾਡੀ ਆ। ਮੈਂ ਤੁਹਾਨੂੰ ਗਰੰਟੀ ਦਿੰਦਾ ਵੀ ਜਦੋਂ ਅਸੀਂ ਇਸੇ ਅਧਿਕਾਰ ਦੇ ਨਾਲ ਖੜੇ ਹੋਵਾਂਗੇ ਤਾਂ ਜੇ 3000 ਨਹੀਂ ਤਾਂ ਉਹਦੇ ਲਗਭਗ ਤੁਸੀਂ ਬਰੋਬਰ 2999 ਕੁ ਬੰਦੇ ਤਾਂ ਜਿੱਤ ਲਓਗੇ। ਹਾਲੇਲੂਇਆ। ਪਰ ਦਲੇਰੀ ਤੁਹਾਨੂੰ ਕਰਨੀ ਪੈਣੀ ਹੈ। ਹੁਣ ਕਰੂਸ ਦਾ ਸੰਦੇਸ਼ ਕੀ ਆ? ਕਰੂਸ ਦਾ ਸੰਦੇਸ਼ ਉਹੀ ਆ, ਆਪਣੇ ਆਪ ਨੂੰ ਸਖਣਾ ਕਰਨਾ, ਖਾਲੀ ਕਰਨਾ। ਅੱਜ ਬਹੁਤ ਸਾਰੇ ਲੋਕ ਆਪਣੇ ਗਲੇ ਦੇ ਵਿੱਚ ਧਾਗੇ ਪਾ ਲੈਂਦੇ ਆ, ਤਵੀਤ ਦੀ ਤਰ੍ਹਾਂ ਕਰੂਸ ਨੂੰ ਪਾਇਆ ਆ, ਸਲੀਬਾਂ ਪਾਈਆਂ ਆ, ਰੋਜਰੀਆਂ ਪਾਈਆਂ ਆ, ਇੱਕ ਤਵੀਤ ਦੀ ਤਰ੍ਹਾਂ, ਇੱਕ ਤਵੀਤ ਦੀ ਤਰ੍ਹਾਂ ਰੋਜੜੀ ਪਾ ਕੇ, ਜਾਂ ਲਾਲ ਧਾਗੇ ਜਾਂ ਕਾਲੇ ਧਾਗੇ ਜਾਂ ਨੀਲੇ ਪੀਲੇ ਧਾਗੇ ਦੇ ਵਿੱਚ ਉਹਨਾਂ ਧਾਗਿਆਂ ਨੂੰ ਬੁਣ ਕੇ ਉਹਦੇ ਵਿੱਚ ਸਲੀਬ ਪਾਈਓ ਆ। ਯੀਸ਼ੂ ਮਸੀਹ ਨੇ ਕਿਹਾ ਆਪੋ ਆਪਣੀ ਸਲੀਬ ਚੱਕੋ। ਇੱਥੇ ਯੀਸ਼ੂ ਮਸੀਹ ਨਹੀਂ ਗਏ ਉਹਨਾਂ ਦੀ ਮਦਦ ਕਰਾਉਣ ਕਿ 153 ਮੱਛੀਆਂ ਖਿੱਚ ਲਿਆਵਾਂ ਤੁਹਾਡੇ ਨਾਲ ਜਾ ਕੇ। ਹਾਂ, ਯੀਸ਼ੂ ਮਸੀਹ ਉਹਨਾਂ ਨੇ ਖਾਣਾ ਤਿਆਰ ਕਰਕੇ ਰੱਖਿਆ, ਔਰ ਇਹੋ ਹੀ ਖਾਣਾ ਯੀਸ਼ੂ ਮਸੀਹ ਨੂੰ ਜਦੋਂ ਆਵਾਜ਼ ਮਾਰੀ ਪੈਂਟੀਕੋਸਤ ਦੇ ਦਿਨ ਉਹ ਬਾਹਰ ਨਿਕਲੇ, ਖਾਣਾ ਤਿਆਰ ਸੀ। 3000 ਮੈਂਬਰ ਤਿਆਰ ਸੀ ਤੌਬਾ ਦੇ ਲਈ। ਅੱਜ ਸਾਨੂੰ ਵੀ ਲੋੜ ਆ ਕਿ ਅਸੀਂ ਬਾਹਰ ਨਿਕਲੀਏ, ਪ੍ਰਚਾਰ ਕਰੀਏ ਔਰ ਖੁਦਾ ਦੀ ਹਜ਼ੂਰੀ ਨੂੰ ਆਪਣੇ ਉੱਪਰ ਮਹਿਸੂਸ ਕਰੀਏ। ਹਾਲੇਲੂਇਆ। ਉਹ ਵਿਧਵਾ ਜਨਾਨੀ ਦੀ ਗੱਲ ਮੈਂ ਫੇਰ ਕਰਨਾ ਚਾਹਾਂਗਾ। ਉਹ ਵਿਧਵਾ ਦੇ ਕੋਲ ਇੱਕ ਰੋਟੀ ਦਾ ਪੇੜਾ ਸੀ ਤੇ ਯੀਸ਼ੂ ਮਸੀਹ ਨੇ ਉਹਦੇ ਵਿੱਚ ਬਲੈਸਿੰਗ ਪਾਈ। ਜਦੋਂ ਯੀਸ਼ੂ ਮਸੀਹ ਪਹਾੜੀ ਦੇ ਉੱਤੇ ਸੀ ਤੇ 5000 ਦੀ ਭੀੜ ਸੀ ਤੇ ਇੱਕ ਬੱਚੇ ਦੇ ਕੋਲ 5 ਰੋਟੀਆਂ 2 ਮੱਛੀਆਂ ਸੀ ਤੇ ਯੀਸ਼ੂ ਮਸੀਹ ਨੇ ਦੁਆ ਕੀਤੀ, ਉਹਦੇ ਵਿੱਚ ਬਰਕਤ ਪਈ। ਅੱਜ ਖੁਦਾਵੰਦ ਉਹੀ ਬਰਕਤ ਸਾਡੇ ਘਰਾਂ ਦੇ ਵਿੱਚ ਪਾਉਣਾ ਚਾਹੁੰਦੇ ਆ। ਤੁਹਾਡੇ ਤੇ ਮੇਰੇ ਘਰ ਦੇ ਵਿੱਚ ਉਹੀ ਬਰਕਤ ਅੱਜ ਜਾਣੀ ਚਾਹੁੰਦੀ ਆ। ਕੁੰਡਾ ਖੜਕਾ ਰਹੀ ਆ। ਜਿਹਦੇ ਕੰਨ ਆ ਉਹ ਵਚਨ ਨੂੰ ਸੁਣਦਾ ਆ, ਜਾਣਦਾ ਆ ਤੇ ਕੁੰਡਾ ਖੋਲਦਾ ਆ ਤੇ ਖੁਦਾਵੰਦ ਉਹਨੂੰ ਛੂ ਲੈਂਦੇ ਆ ਤੇ ਉਹਦੇ ਘਰ ਦੇ ਵਿੱਚ ਆਉਂਦੇ। ਯੀਸ਼ੂ ਮਸੀਹ ਨੇ ਕਿਹਾ ਮੈਂ ਦਰਵਾਜ਼ੇ ਤੇ ਖੜਾ ਖੜਕਾਉਂਦਾ ਆ, ਜੋ ਕੋਈ ਮੇਰੀ ਆਵਾਜ਼ ਨੂੰ ਸੁਣਦਾ ਤੇ ਕੁੰਡਾ ਖੋਲਦਾ ਤੇ ਮੈਨੂੰ ਅੰਦਰ ਬੁਲਾਉਂਦਾ ਆ, ਮੈਂ ਉਹਦੇ ਨਾਲ ਖਾਵਾਂਗਾ। ਅੱਜ ਤੁਹਾਡੀ ਵਾਰੀ ਆ ਕਿ ਤੁਸੀਂ ਵਾਕਈ ਕੁੰਡਾ ਖੋਲਦੇ ਆ। गई